Welcome, dear students, to the section B, poem 3. The name of the poem is Upagupta, written by Rabindranath Tagore. This is a beautiful poem written by a great poet of India. He says that everything comes to us that belongs to us if we create the capacity to. ਜੋ ਕੁਝ ਸਾਡਾ ਹੈ ਉਹ ਸਾਡੇ ਕੋਲ ਜ਼ਰੂਰ ਪਹੁੰਚਦਾ ਹੈ। ਅਸੀਂ ਕੀ ਕਰਨਾ ਹੁੰਦਾ ਹੈ? ਉਹ ਸਮਰੱਥਾ ਆਪਣੇ ਅੰਦਰ ਹਾਸਿਲ ਕਰਨੀ ਹੁੰਦੀ ਹੈ ਕਿ ਅਸੀਂ ਉਸ ਨੂੰ ਗ੍ਰਹਿਣ ਕਰ ਸਕੀਏ, ਪ੍ਰਾਪਤ ਕਰ ਸਕੀਏ। ਸੋ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਰਵਿੰਦਰਨਾਥ ਟੈਗੋਰ, everyone knows him. I'm sure you have heard his name many times before this class. Today we'll read a beautiful poem written by him. The name of the poem is Upagupta. Let's start with an introduction to our poet. Vishwa Kavi. He was known as Vishwa Kavi Rabindranath Tagore. He was born on 9th May 1861 in Bengal. His father, Maharishi Devendranath Tagore, was a rich man and an aristocrat, and his mother was Sharda Devi. ਬੱਚਿਓ, ਤੁਹਾਡਾ ਸਵਾਗਤ ਹੈ। ਰਵਿੰਦਰਨਾਥ ਟੈਗੋਰ ਦਾ ਜਨਮ 9 ਮਈ 1861 ਨੂੰ ਹੋਇਆ। ਬੰਗਾਲ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਮਹਾਰਿਸ਼ੀ ਦੇਵੇਂਦਰਨਾਥ ਟੈਗੋਰ ਇੱਕ ਕਾਫੀ ਅਮੀਰ ਆਦਮੀ ਸਨ ਅਤੇ ਉਹ ਕਾਫੀ ਵਧੀਆ ਰਾਜ ਦਰਬਾਰੇ ਕੰਮ ਕਰਦੇ ਸਨ। ਉਹਨਾਂ ਦੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ। ਹੀ ਵਾਜ਼ ਦ 8th son and 14th child of his parents. ਉਸ ਜ਼ਮਾਨੇ ਦੇ ਵਿੱਚ ਹਰ ਘਰ ਦੇ ਵਿੱਚ ਬਹੁਤ ਭੈਣ ਭਰਾ ਹੁੰਦੇ ਸਨ, ਤਾਂ ਰਵਿੰਦਰਨਾਥ ਟੈਗੋਰ ਜੀ ਵੀ ਕਈ ਭੈਣ ਭਰਾ ਸਨ। ਉਹ 8ਵੇਂ ਬੇਟੇ ਸਨ ਆਪਣੇ ਮਾਤਾ ਪਿਤਾ ਦੇ, ਔਰ ਮਾਤਾ ਪਿਤਾ ਦੇ ਬੱਚੇ ਸਨ 14। 8ਵਾਂ ਨੰਬਰ ਰਵਿੰਦਰਨਾਥ ਟੈਗੋਰ ਦਾ। ਰਵਿੰਦਰਨਾਥ ਟੈਗੋਰ ਨੂੰ ਜ਼ਿਆਦਾਤਰ ਉਹਨਾਂ ਦੀ ਸਭ ਤੋਂ ਵੱਡੀ ਭੈਣ ਨੇ ਹੀ ਪਾਲਿਆ ਹੈ। ਰਵਿੰਦਰਨਾਥ ਟੈਗੋਰ was not sent to any school. Do you know why? Because he never liked schools. He always ran away from the school. So he was educated at home by a tutor. Though he was educated at home, he studied many subjects and there was a method in his studies. ਬੱਚਿਓ, ਤੁਹਾਨੂੰ ਪਤਾ ਹੈ ਰਵਿੰਦਰਨਾਥ ਟੈਗੋਰ ਨੂੰ ਸਕੂਲ ਪਸੰਦ ਨਹੀਂ ਸੀ। ਉਹ ਸਕੂਲੋਂ ਭੱਜ ਜਾਇਆ ਕਰਦੇ ਸੀ। ਹਾਰ ਕੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਘਰ ਟਿਊਟਰ ਪੜ੍ਹਾਉਣ ਲਈ ਲਗਾ ਦਿੱਤਾ। ਬਹੁਤ ਸਾਰੇ ਟਿਊਟਰ ਸੀ ਜਿਹੜੇ ਉਹ ਇਹ ਕਹਿ ਕੇ ਛੱਡਦੇ ਰਹੇ ਕਿ ਤੁਹਾਡਾ ਬੱਚਾ ਪੜ੍ਹਨ 'ਚ ਇੰਟਰਸਟ ਨਹੀਂ ਰੱਖਦਾ। ਫਿਰ ਕਿਸੇ ਤਰੀਕੇ ਨਾਲ ਇੱਕ ਅੱਧੇ ਟਿਊਟਰ ਨਾਲ ਹੀ ਉਹਨਾਂ ਦੀ ਕੈਮਿਸਟਰੀ ਬਣੀ, ਉਹਨਾਂ ਨਾਲ ਹੀ ਉਹਨਾਂ ਦਾ ਸਾਮੰਜਸ ਬਣਿਆ ਅਤੇ ਉਹਨਾਂ ਨੇ ਕਈ ਵਿਸ਼ੇ ਜਿਨ੍ਹਾਂ 'ਚ ਉਹਨਾਂ ਨੂੰ ਇੰਟਰਸਟ ਸੀ ਉਹ ਪੜ੍ਹਨੇ ਸ਼ੁਰੂ ਕਰ ਦਿੱਤੇ। ਰੀਡਿੰਗ ਪਲੇਜ਼ was of special interest to him. ਰਵਿੰਦਰਨਾਥ ਟੈਗੋਰ ਜੀ ਨੂੰ ਨਾਟਕ ਪੜ੍ਹਨਾ ਬਹੁਤ ਹੀ ਪਸੰਦ ਹੁੰਦਾ ਸੀ। He was happy to read plays of ਕਾਲੀਦਾਸ and ਸ਼ੇਕਸਪੀਅਰ। ਬੱਚਿਓ, ਹਿੰਦੀ ਦੇ ਸਭ ਤੋਂ ਮਹਾਨ ਕਵੀ ਹੋਏ ਹਨ ਕਾਲੀਦਾਸ, ਔਰ ਅੰਗਰੇਜ਼ੀ ਦੇ ਸਭ ਤੋਂ ਮਹਾਨ ਕਵੀ ਮੰਨੇ ਜਾਂਦੇ ਸ਼ੇਕਸਪੀਅਰ। ਇਹਨਾਂ ਦੋਵਾਂ ਦੇ ਹੀ ਨਾਟਕਾਂ ਨੂੰ ਪੜ੍ਹਨਾ ਰਵਿੰਦਰਨਾਥ ਟੈਗੋਰ ਨੂੰ ਬਹੁਤ ਵਧੀਆ ਲੱਗਦਾ ਸੀ। He had a special interest in Bengali, which was his mother tongue. ਉਹਨਾਂ ਦਾ ਬਹੁਤ ਜ਼ਿਆਦਾ ਦਿਲਚਸਪੀ ਸੀ ਜਿਹੜੀ ਉਹ ਬੰਗਾਲੀ ਭਾਸ਼ਾ ਦੇ ਵਿੱਚ ਸੀ, ਕਿਉਂਕਿ ਉਹਨਾਂ ਦੀ ਮਾਤ ਭਾਸ਼ਾ ਸੀ। For further studies, he was sent to a public school at London, where he became a student of Professor Henry Morley, whose lectures influenced Rabindranath to take interest in English literature. ਇਸ ਤੋਂ ਬਾਅਦ ਮੁੱਢਲੀ ਸਿੱਖਿਆ ਖਤਮ ਹੋਣ 'ਤੇ ਉਹਨਾਂ ਨੂੰ ਲੰਡਨ ਦੇ ਪਬਲਿਕ ਸਕੂਲ ਵਿੱਚ ਪੜ੍ਹਨ ਭੇਜਿਆ ਗਿਆ, ਜਿੱਥੇ ਉਹ ਪ੍ਰੋਫੈਸਰ ਹੈਨਰੀ ਮੌਰਲੀ ਦੇ ਵਿਦਿਆਰਥੀ ਬਣੇ। ਉਹਨਾਂ ਦੀਆਂ ਗੱਲਾਂ ਤੋਂ ਰਵਿੰਦਰਨਾਥ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ
ਅੰਗਰੇਜ਼ੀ ਸਾਹਿਤ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। Rabindranath started writing poetry in Bengali. His poem Sandhya Geet was appreciated by many, including Sri Bankim Chandra Chatterjee, who wrote the national song Vande Mataram. ਤਾਂ ਸਾਹਿਤ ਪੜ੍ਹਦੇ ਪੜ੍ਹਦੇ ਉਹਨਾਂ ਦਾ ਲਿਖਣ ਦਾ ਜੀ ਵੀ ਕੀਤਾ ਤੇ ਰਵਿੰਦਰਨਾਥ ਟੈਗੋਰ ਜੀ ਨੇ ਆਪਣੀ ਮਾਤ ਭਾਸ਼ਾ ਬੰਗਾਲੀ ਦੇ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਇੱਕ ਕਵਿਤਾ ਸੀ ਸੰਧਿਆ ਗੀਤ, ਸੌਂਗ ਆਫ ਡਸਕ। ਡਸਕ ਮਤਲਬ ਸ਼ਾਮ, ਸ਼ਾਮ ਦਾ ਗੀਤ। ਤਾਂ ਉਸ ਨੂੰ ਬਹੁਤ ਪਸੰਦ ਕੀਤਾ ਸ਼੍ਰੀ ਬੰਕਿਮ ਚੰਦਰ ਚੈਟਰਜੀ ਨੇ। ਬੱਚੇ ਤੁਹਾਨੂੰ ਪਤਾ ਹੋਣਾ ਸ਼੍ਰੀ ਬੰਕਿਮ ਚੰਦਰ ਚੈਟਰਜੀ ਨੇ ਇੱਕ ਬਹੁਤ ਹੀ ਮਹਾਨ ਪੁਸਤਕ ਲਿਖੀ ਸੀ ਆਨੰਦ ਮਠ, ਜਿਸ ਨੇ ਲੋਕਾਂ ਦੇ ਅੰਦਰ ਕ੍ਰਾਂਤੀ ਪੈਦਾ ਕਰ ਦਿੱਤੀ ਸੀ ਤੇ ਅੰਗਰੇਜ਼ਾਂ ਨੇ ਇਸ ਕਿਤਾਬ ਨੂੰ ਜਲਵਾ ਦਿੱਤਾ ਸੀ। ਇਸ ਕਿਤਾਬ ਦੇ ਵਿੱਚ ਹੀ ਇੱਕ ਗੀਤ ਸੀ ਵੰਦੇ ਮਾਤਰਮ, ਜੋ ਕਿ ਸਾਡਾ ਰਾਸ਼ਟਰੀ ਗੀਤ ਵੀ ਹੈ। Gitanjali is a well-known collection of his poems. For Gitanjali, Rabindranath Tagore was awarded the Nobel Prize for Literature in 1931. ਗੀਤਾਂਜਲੀ ਉਹਨਾਂ ਦੀ ਸਭ ਤੋਂ ਮਹਾਨ ਕਵਿਤਾਵਾਂ ਦੀ ਇੱਕ ਪੁਸਤਕ ਹੈ। ਇਸ ਪੁਸਤਕ ਲਈ ਰਵਿੰਦਰਨਾਥ ਟੈਗੋਰ ਜੀ ਨੂੰ 1931 ਦੇ ਵਿੱਚ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਕੰਮ ਕਰਨ ਲਈ। He was first Indian to get a Nobel Prize and the British government conferred on him knighthood and gave him the title of Sir. ਤਾਂ ਰਵਿੰਦਰਨਾਥ ਟੈਗੋਰ ਜੀ ਪਹਿਲੇ ਭਾਰਤੀ, ਬਲਕਿ ਮੈਂ ਤਾਂ ਇਹ ਕਹੂੰਗੀ ਕਿ ਪਹਿਲੇ ਏਸ਼ੀਅਨ ਸੀ ਜਿਨ੍ਹਾਂ ਨੂੰ ਸਾਹਿਤ ਲਈ ਇਹ ਨੋਬਲ ਪ੍ਰਾਈਜ਼ ਮਿਲਿਆ ਅਤੇ ਬ੍ਰਿਟੇਨ ਦੀ ਸਰਕਾਰ ਨੇ ਉਹਨਾਂ ਨੂੰ ਨਾਈਟਹੁੱਡ ਦੀ ਉਪਾਧੀ ਵੀ ਦਿੱਤੀ ਤੇ ਉਹਨਾਂ ਨੂੰ ਇੱਕ ਸਿਰਲੇਖ ਮਿਲਿਆ ਸਰ। What makes Rabindranath Tagore special for the people of India is his Jan Gan Man, our national anthem. ਤਾਂ ਸਭ ਤੋਂ ਵੱਡੀ ਉਪਲਬਧੀ ਉਹਨਾਂ ਦੀ ਇਹ ਹੈ ਕਿ ਉਹਨਾਂ ਦਾ ਲਿਖਿਆ ਹੋਇਆ ਜਨ ਗਣ ਮਨ ਸਾਡਾ ਰਾਸ਼ਟਰੀ ਗਾਨ ਹੈ। He breathed his last on August 7, 1941, leaving his thoughts and ideas for all to follow. 7 ਅਗਸਤ 1941 ਨੂੰ ਉਹਨਾਂ ਨੇ ਆਪਣੇ ਪ੍ਰਾਣ ਛੱਡੇ ਤੇ ਉਹਨਾਂ ਦੇ ਪਿੱਛੇ ਰਹੀਆਂ ਉਹਨਾਂ ਦੀਆਂ ਖਿਆਲ ਤੇ ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਕਿਤਾਬਾਂ, ਕਵਿਤਾਵਾਂ, ਉਹਨਾਂ ਦੀਆਂ ਪੇਂਟਿੰਗਸ ਦੇ ਰੂਪ ਦੇ ਵਿੱਚ ਸਾਡੇ ਲਈ ਧਰੋਹਰ। Let's go through the glossary to understand the poem in a better way. First word is disciple. Disciple. It means a person who believes in and follows the teachings of a religious or political leader. Disciple ਦਾ ਮਤਲਬ ਹੁੰਦਾ ਹੈ ਸ਼ਿਸ਼ ਜਾਂ ਚੇਲਾ। ਜਦੋਂ ਅਸੀਂ ਕਿਸੇ ਵਿਅਕਤੀ ਨੂੰ ਪਸੰਦ ਕਰਦੇ ਹਾਂ ਤੇ ਉਸ ਦੀਆਂ ਸਾਰੀਆਂ ਗੱਲਾਂ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗਦੇ ਹਾਂ ਤਾਂ ਅਸੀਂ ਡਿਸਾਈਪਲ ਕਹਾਉਂਦੇ ਹਾਂ, ਯਾਨੀ ਕਿ ਸ਼ਿਸ਼। ਨੰਬਰ 2, murky sky. Murky sky. It means cloudy sky. ਬੱਦਲਾਂ ਨਾਲ ਭਰਿਆ ਹੋਇਆ ਆਸਮਾਨ। Next word is mantle. Mantle. A loose piece of clothing worn over other clothes. ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਰਾਜਾ ਮਹਾਰਾਜਾ ਜਾਂ ਅਮੀਰ ਲੋਕ ਪਾਇਆ ਕਰਦੇ ਸਨ, ਸਾਰੇ ਕੱਪੜਿਆਂ ਦੇ ਉੱਤੋਂ ਇੱਕ ਲੰਬਾ ਓਵਰਕੋਟ ਦੀ ਤਰ੍ਹਾਂ ਕਲੋਕ ਪਾਇਆ ਜਾਂਦਾ ਸੀ, ਲੂਜ਼ ਕੱਪੜਾ ਪਾਇਆ ਜਾਂਦਾ ਸੀ, ਉਸਦੇ ਕੋਈ ਬਟਨਸ ਨਹੀਂ ਹੁੰਦੇ ਸਨ, ਉਸਨੂੰ ਬੰਦ ਨਹੀਂ ਕੀਤਾ ਜਾਂਦਾ ਸੀ, ਤਾਂ ਉਸ ਨੂੰ ਅਸੀਂ ਮੈਂਟਲ ਕਹਿ ਦਿੰਦੇ ਹਾਂ। Next word is austerely. Austerely. It means simply or plainly, without any decorations. ਇਸ ਦਾ ਮਤਲਬ ਹੈ ਬਿਲਕੁਲ ਸਾਦਾ, ਜਿਸ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਕੋਈ ਡੈਕੋਰੇਸ਼ਨ ਜਾਂ ਸਜਾਵਟ ਨਾ ਕੀਤੀ ਹੋਵੇ। Next word is ascetic. Ascetic. It means monk or hermit. ਇਹਦਾ ਮਤਲਬ ਹੈ
sadhu. Next word is contagion. Contagion. It means the spreading of a disease by people touching each other. ਜਦੋਂ ਕਿਸੇ ਦੇ ਛੂਹਣ ਨਾਲ ਕੋਈ ਬਿਮਾਰੀ ਫੈਲਦੀ ਹੈ ਉਸ ਲਾਗ ਨੂੰ ਅਸੀਂ ਕੰਟੇਜਨ ਕਹਿ ਦਿੰਦੇ ਹਾਂ। ਰੀਸੈਂਟ ਇਜ਼ ਕਰੋਨਾ, ਇਟ ਇਜ਼ ਆਲਸੋ ਅ ਕੰਟੇਜਨ। ਜਿਸ ਤਰ੍ਹਾਂ ਕਰੋਨਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਫੈਲਦਾ ਹੈ। Let's enjoy the complete recitation of the poem. Then I will explain the poem for you. Upagupta, the disciple of Buddha, lay asleep in the dust by the city wall of Mathura. Lamps were all out, doors were all shut, and stars were all hidden by the murky sky of August. Whose feet were those, tinkling with anklets, touching his breast of a sudden? He woke up startled, and light from a woman's lamp fell on his forgiving eyes. It was the dancing girl, starred with jewels, wearing a pale blue mantle, drunk with the wine of her youth. She lowered her lamp and saw a young face, austerely beautiful. "Forgive me, young ascetic," said the woman. "Graciously come to my house. The dusty earth is not a fit bed for you." The young ascetic answered, "Woman, go on your way. When the time is ripe, I'll come to you." Suddenly, the black night showed its teeth in a flash of lightning. The storm growled from the corner of the sky, and the woman trembled in fear of some unknown danger. The branches of the wayside trees were full of blossom. Gay notes of a flute came floating in the warm spring air from afar. The citizens had gone to the wood for the festival of flowers. From the mid-sky gazed the full moon on the shadow of the silent town. The young ascetic was walking in the lonely street, while overhead the lovesick quails uttered from the mango branches their sleepless plaint. Upagupta passed through the city gates and stood at the base of the rampart. Was that a woman lying at his feet in the shadow of Mango Grove? Struck with black pestilence, her body spotted with sores of smallpox, she had been hurriedly removed from the town to avoid her poisonous contagion. The ascetic sat by her side, took her head on his knees, and moistened her lips with water, and smeared her body with sandal balm. "Who are you, merciful one?" asked the woman. "The time at last has come to visit you, and I am here," replied the young ascetic. Dear students, this was the beautiful poem Upagupta. This is my favorite poem. So in this poem, the writer has shown a monk. His name is Upagupta and his guru is Buddha. He was sleeping in the dust, and it was near the city wall of Mathura. ਸੋ ਇਹ ਕਹਾਣੀ ਹੈ ਕਵਿਤਾ ਦੇ ਰੂਪ ਦੇ ਵਿੱਚ ਉਪਾਗੁਪਤ ਦੀ। ਉਪਾਗੁਪਤ ਜੋ ਕਿ ਇੱਕ ਸਾਧੂ ਹੈ ਤੇ ਮਹਾਤਮਾ ਬੁੱਧ ਦਾ ਸ਼ਿਸ਼ ਹੈ। ਉਹ ਮਥੁਰਾ ਸ਼ਹਿਰ ਦੀ ਕੰਧ ਦੇ ਕੋਲ, ਜਦੋਂ ਕੋਈ ਕਿਲਾ ਜਾਂ ਕੋਈ ਸ਼ਹਿਰ ਹੁੰਦਾ ਪਹਿਲਾਂ ਉਸ ਦੇ ਆਲੇ ਦੁਆਲੇ ਇੱਕ ਵੱਡੀ ਚਾਰ ਦੀਵਾਰੀ ਬਣਾ ਦਿੱਤੀ ਜਾਂਦੀ ਸੀ।
ਤਾਂ ਉਸ ਚਾਰ ਦੀਵਾਰੀ ਵਾਲੀ ਕੰਧ ਦੇ ਕੋਲ ਜ਼ਮੀਨ ਤੇ ਪਿਆ ਸੋ ਰਿਹਾ ਹੈ। Lamps were all out, doors were all shut, and stars were all hidden by the murky sky of August. ਸਥਿਤੀ ਕੀ ਸੀ? ਮਾਹੌਲ ਕਿਹੋ ਜਿਹਾ ਸੀ? ਸਾਰੇ ਲੋਕਾਂ ਦੇ ਘਰ ਦੇ ਦੀਵੇ ਬੁਝ ਚੁੱਕੇ ਸਨ। ਸਾਰੇ ਲੋਕਾਂ ਦੇ ਦਰਵਾਜ਼ੇ ਬੰਦ ਸਨ ਤੇ ਰਾਤ ਨੂੰ ਤਾਰੇ ਵੀ ਲੁਕੇ ਹੋਏ ਸਨ। ਕਿਉਂ? ਕਿਉਂਕਿ ਮਰਕੀ ਸਕਾਈ ਸੀ, ਬੱਦਲਾਂ ਵਾਲਾ ਆਕਾਸ਼ ਸੀ ਅਗਸਤ ਮਹੀਨੇ ਦਾ। ਸੋ ਚਾਰੇ ਪਾਸੇ ਕੀ ਸੀ? ਹਨੇਰਾ। ਨਾ ਹੀ ਕੋਈ ਕਿਸੇ ਦੇ ਘਰ ਦੀ ਰੋਸ਼ਨੀ ਜਲ ਰਹੀ ਸੀ, ਨਾ ਹੀ ਕੋਈ ਦਰਵਾਜ਼ਾ ਖੁੱਲ੍ਹਾ ਸੀ, ਨਾ ਹੀ ਤਾਰੇ ਚਮਕ ਰਹੇ ਸੀ, ਬਲਕਿ ਸਭ ਕੁਝ ਹਨੇਰਾ ਹੀ ਸੀ। Whose feet were those tinkling with anklets, touching his breast of a sudden? ਅਚਾਨਕ ਉਸ ਸਾਧੂ ਦੀ ਛਾਤੀ ਤੇ ਆ ਕੇ ਕਿਸੇ ਨੇ ਪੈਰ ਲਾਇਆ। ਉਸ ਦੇ ਪੈਰਾਂ ਵਿੱਚੋਂ ਐਂਕਲੈਟਸ ਯਾਨੀ ਕਿ ਝਾਂਜਰਾਂ ਦੀ ਛਣਛਣਾਹਟ ਦੀ ਆਵਾਜ਼ ਆਈ। ਇਹ ਕਿਹਦੇ ਪੈਰ ਸਨ? He woke up startled, and a light from a woman's lamp fell on his forgiving eyes. ਉਹ ਤ੍ਰਭਕ ਕੇ ਉੱਠਿਆ ਤਾਂ ਉਸ ਦੇ ਚਿਹਰੇ ਤੇ ਇੱਕ ਰੋਸ਼ਨੀ ਪਈ। ਰੋਸ਼ਨੀ ਸੀ ਇੱਕ ਔਰਤ ਦੇ ਹੱਥ ਵਿੱਚ ਫੜੀ ਹੋਈ ਇੱਕ ਲਾਲਟੇਨ ਦੀ। ਉਸ ਨੇ ਮਾਫ਼ ਕਰ ਦੇਣ ਵਾਲੀਆਂ ਨਜ਼ਰਾਂ ਨਾਲ ਉਸ ਔਰਤ ਨੂੰ ਦੇਖਿਆ। It was the dancing girl, starred with jewels, wearing a pale blue mantle, drunk with the wine of a youth. ਤਾਂ ਇਹ ਨਰਤਕੀ ਕੌਣ ਸੀ ਜਿਹੜੀ ਕਿ ਗਹਿਣਿਆਂ ਨਾਲ ਲੱਦੀ ਪਈ ਸੀ ਤੇ ਤਾਰਿਆਂ ਵਾਂਗੂ ਚਮਕ ਰਹੀ ਸੀ? ਉਸ ਨੇ ਪੀਲੇ ਨੀਲੇ ਰੰਗ ਦਾ ਆਪਣੇ ਸਰੀਰ ਦੇ ਉੱਤੇ ਕੱਪੜਾ ਪਹਿਨਿਆ ਹੋਇਆ ਸੀ ਤੇ ਉਹ ਆਪਣੀ ਜਵਾਨੀ ਦੀ ਸ਼ਰਾਬ ਦੇ ਵਿੱਚ ਡੁੱਬੀ ਹੋਈ ਸੀ, ਯਾਨੀ ਕਿ ਉਸਨੂੰ ਆਪਣੇ ਸੁੰਦਰ ਤੇ ਜਵਾਨ ਹੋਣ ਦਾ ਬਹੁਤ ਜ਼ਿਆਦਾ ਗਰੂਰ ਸੀ। She lowered her lamp and saw a young face, austerely beautiful. ਜਦੋਂ ਉਸ ਨਰਤਕੀ ਨੇ ਆਪਣਾ ਲੈਂਪ ਉਸਦੇ ਹੱਥ ਜੋ ਲਾਲਟੇਨ ਸੀ ਉਸਨੇ ਨੀਚੇ ਕਰਕੇ ਵੇਖੀ ਤਾਂ ਸਾਧੂ ਦਾ ਸੁੰਦਰ ਅਤੇ ਨੌਜਵਾਨ ਚਿਹਰਾ ਦੇਖ ਕੇ, ਜੋ ਕਿ ਬਹੁਤ ਹੀ ਸਧਾਰਨ ਸੀ ਪਰ ਬਹੁਤ ਹੀ ਖੂਬਸੂਰਤ ਸੀ, ਉਹ ਦੇਖਦੀ ਰਹਿ ਗਈ। ਉਸਨੇ ਕਿਹਾ, Forgive me, young ascetic. Graciously come to my house. The dusty earth is not a fit bed for you. ਉਸ ਨੇ ਉਸ ਸਾਧੂ ਨੂੰ ਪੇਸ਼ਕਸ਼ ਕੀਤੀ, ਹੇ ਨੌਜਵਾਨ ਸਾਧੂ, ਮੈਨੂੰ ਮਾਫ਼ ਕਰਨਾ। ਤੁਹਾਨੂੰ ਗੁਜ਼ਾਰਿਸ਼ ਹੈ ਕਿ ਆਦਰ ਸਹਿਤ ਮੇਰੇ ਘਰ ਚੱਲੋ। ਇਹ ਜ਼ਮੀਨ, ਇਹ ਮਿੱਟੀ ਤੁਹਾਡੇ ਲਈ ਸਹੀ ਬਿਸਤਰ ਨਹੀਂ ਹੈ। ਮੇਰੇ ਘਰ ਦੇ ਮਖਮਲੀ ਬਿਸਤਰ ਤੁਹਾਡਾ ਇੰਤਜ਼ਾਰ ਕਰ ਰਹੇ ਹਨ। The young ascetic answered, Woman, go on your way. ਤਾਂ ਉਸ ਨੌਜਵਾਨ ਸਾਧੂ ਨੇ ਕਿਹਾ, ਹੇ ਔਰਤ, ਆਪਣੇ ਰਸਤੇ ਚਲੇ ਜਾ। When the time is ripe, I'll come to you. ਜਦੋਂ ਸਹੀ ਸਮਾਂ ਆਇਆ ਮੈਂ ਜ਼ਰੂਰ ਤੇਰੇ ਕੋਲ ਆਵਾਂਗਾ। Suddenly the black night showed its teeth in a flash of lightning. ਅਚਾਨਕ ਬਿਜਲੀ ਕੜਕਦੀ ਹੈ ਅਤੇ ਉਹ ਕਾਲੀ ਰਾਤ ਆਪਣੇ ਦੰਦ ਵਿਖਾਉਂਦੀ ਹੈ। ਇਸ ਦਾ ਮਤਲਬ ਕਿ ਮੌਸਮ ਜਿਹੜਾ ਹੈ ਉਹ ਭਿਅੰਕਰ ਹੋ ਜਾਂਦਾ ਹੈ, ਤੂਫਾਨ ਆ ਜਾਂਦਾ ਹੈ ਤੇ ਬਿਜਲੀਆਂ ਕੜਕਣ ਲੱਗਦੀਆਂ ਹਨ। The storm growled from the corner of the sky and the woman trembled in fear for some unknown danger. ਅਚਾਨਕ ਹੀ ਇੰਨਾ ਤੂਫਾਨ ਆਉਂਦਾ ਹੈ ਕਿ ਬੱਦਲ ਗਰਜਣ ਲੱਗਦੇ ਹਨ, ਬਿਜਲੀ ਚਮਕਣ ਲੱਗਦੀ ਹੈ ਤੇ ਔਰਤ ਡਰ ਦੇ ਮਾਰੇ ਕੰਬਣ ਲੱਗਦੀ ਹੈ ਤੇ ਉਸ ਨੂੰ ਕੋਈ ਅਜੀਬ ਜਿਹਾ ਗੁੱਝਾ ਡਰ ਸਤਾਉਣ ਲੱਗ ਜਾਂਦਾ ਹੈ। ਸੋ ਉਹ ਖਤਰਾ ਮਹਿਸੂਸ ਕਰਦੇ ਹੋਏ ਡਰ ਨਾਲ ਕੰਬਣ ਲੱਗਦੀ ਹੈ। The branches of the wayside trees were full of blossom. Gay notes of a flute came floating in the warm spring air from afar. ਹੁਣ ਜੋ ਸਥਿਤੀ ਹੈ, ਟਾਹਣੀਆਂ ਵਿਖਾਈਆਂ ਜਾ ਰਹੀਆਂ ਨੇ ਜੋ ਕਿ ਦਰਖਤਾਂ ਦੀਆਂ ਟਾਹਣੀਆਂ ਫੁੱਲਾਂ ਨਾਲ ਭਰੀਆਂ ਹੋਈਆਂ ਨੇ। ਕਿਸ ਤੋਂ ਦੂਰ ਤੋਂ ਬੰਸਰੀ ਦੀ ਆਵਾਜ਼ ਆ ਰਹੀ ਹੈ ਤੇ ਜਿਹੜਾ ਸਪਰਿੰਗ ਦਾ ਵੈਦਰ ਹੈ, ਸਪਰਿੰਗ ਯਾਨੀ ਕਿ ਬਸੰਤ, ਉਸ ਦੀ ਮੱਠੀ ਮੱਠੀ ਨਿੱਘੀ ਹਵਾ ਚੱਲ ਰਹੀ ਹੈ। The citizens had gone to the woods for the festival of flowers.
ਸੋ ਉਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਦੀ ਗੱਲ ਹੈ, ਬਸੰਤ ਦਾ ਮੌਸਮ ਆ ਗਿਆ। ਇਸ ਲਈ ਫੁੱਲਾਂ ਦਾ ਇਹ ਜਿਹੜਾ ਰੁੱਤ ਹੈ, ਤਿਉਹਾਰ ਹੈ, ਉਹ ਮਨਾਉਣ ਵਾਸਤੇ ਮਥੁਰਾ ਸ਼ਹਿਰ ਦੇ ਸਾਰੇ ਲੋਕ ਜੰਗਲ ਵਿੱਚ ਚਲੇ ਗਏ ਹਨ। From the mid-sky gazed the full moon on the shadows of the silent town. ਤਾਂ ਪਿਛਲੀ ਸੀਨ ਦੇ ਵਿੱਚ ਕੀ ਸੀ ਕਿ ਕੋਈ ਵੀ ਰੋਸ਼ਨੀ ਨਹੀਂ ਸੀ, ਪਰ ਇਸ ਸੀਨ ਦੇ ਵਿੱਚ ਕੀ ਹੈ, ਪੂਰਨਮਾਸੀ ਹੈ, ਪੂਰਾ ਚੰਦ ਚਮਕ ਰਿਹਾ ਹੈ ਅਤੇ ਸਾਰਾ ਸ਼ਹਿਰ ਚੁੱਪਚਾਪ ਹੈ ਤੇ ਉਹ ਚੰਦ ਹਰ ਚੀਜ਼ ਦਾ ਸਾਇਆ ਬਣਾਉਂਦਾ ਜਾ ਰਿਹਾ ਹੈ। The young ascetic was walking in the lonely street while overhead the lovesick quails uttered from the mango branches their sleepless plaint. ਤੇ ਜਦੋਂ ਉਹ ਸਾਧੂ ਤੁਰਿਆ ਜਾ ਰਿਹਾ ਹੈ ਮਥੁਰਾ ਦੀਆਂ ਇਕਾਂਤ ਭਰੀਆਂ ਗਲੀਆਂ ਦੇ ਵਿੱਚੋਂ, ਤਾਂ ਉਸਨੇ ਸੁਣਿਆ ਕਿ ਉੱਥੇ ਕੋਇਲਾਂ ਪ੍ਰੇਮ ਦੇ ਬਿਰਹਾ ਦੇ ਗੀਤ ਗਾ ਰਹੀਆਂ ਹਨ। Upagupta passed through the city gates and stood at the base of a rampart. ਉਪਾਗੁਪਤ ਸ਼ਹਿਰ ਦੇ ਵੱਡੇ ਸਾਰੇ ਦਰਵਾਜ਼ੇ ਚੋਂ ਲੰਘ ਗਿਆ ਤੇ ਉਹ ਜਾ ਕੇ ਕਿਲ੍ਹਾਨੁਮਾ ਦੀਵਾਰ ਦੇ ਕੋਲ ਖੜਾ ਹੋ ਗਿਆ। Was that a woman lying at his feet in the shadow of the mango grove? ਤਾਂ ਉਹਨਾਂ ਅੰਬਾਂ ਦੇ ਦਰਖਤਾਂ ਦੇ ਝੁੰਡ ਦੇ ਥੱਲੇ ਜਿੱਥੇ ਕੋਇਲਾਂ ਗੀਤ ਗਾ ਰਹੀਆਂ ਸੀ, ਉਹਨੂੰ ਲੱਗਿਆ ਕਿ ਕੋਈ ਔਰਤ ਹੈ ਮੇਰੇ ਪੈਰਾਂ ਵਿੱਚ। Stuck with black pestilence, her body spotted with sores of smallpox. She had been hurriedly removed from the town. ਉਸ ਔਰਤ ਦੇ ਸਰੀਰ ਦੇ ਉੱਤੇ ਕੋਈ ਮਹਾਮਾਰੀ ਫੈਲੀ ਹੋਈ ਹੈ। ਉਸ ਦਾ ਸਰੀਰ ਚੇਚਕ ਦੇ ਕਾਲੇ ਕਾਲੇ ਦਾਗਾਂ ਨਾਲ ਭਰ ਚੁੱਕਾ ਹੈ। ਉਸ ਨੂੰ ਕਾਲੀ ਕਾਲੀ ਵਿੱਚ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ ਗਿਆ ਹੈ। To avoid her poisonous contagion, ਤਾਂ ਕਿ ਉਸ ਦੀ ਇਹ ਜ਼ਹਿਰੀਲੀ ਲਾਗ ਹੋਰਾਂ ਤੱਕ ਨਾ ਫੈਲੇ। The ascetic sat by her side. ਉਹ ਸਾਧੂ ਉਸ ਦੇ ਕੋਲ ਬੈਠ ਗਿਆ। Took her head on his knees. ਉਸਨੇ ਉਸ ਔਰਤ ਦਾ ਸਿਰ ਆਪਣੇ ਗੋਡਿਆਂ ਉੱਤੇ ਰੱਖ ਲਿਆ। And moistened her lips with water and smeared her body with sandal balm. ਉਸਨੇ ਉਸਦੇ ਸੁੱਕ ਚੁੱਕੇ ਬੁੱਲਾਂ 'ਤੇ ਪਾਣੀ ਲਾਇਆ, ਉਸਨੂੰ ਪਾਣੀ ਪਿਆਇਆ ਔਰ ਉਸਦੇ ਸਰੀਰ 'ਤੇ ਚੰਦਨ ਦਾ ਮੱਲਮ ਲਾਇਆ। Who are you, merciful one? asked the woman. ਉਸ ਔਰਤ ਨੇ ਪੁੱਛਿਆ, ਹੇ ਦਇਆਲੂ, ਤੁਸੀਂ ਕੌਣ ਹੋ? The time at last has come to visit you, and I am here, replied the young ascetic. ਆਖਿਰ ਉਹ ਵਕਤ ਆ ਹੀ ਗਿਆ ਜਦੋਂ ਮੈਂ ਕਿਹਾ ਸੀ ਕਿ ਸਹੀ ਵਕਤ ਆਉਣ 'ਤੇ ਤੁਹਾਡੇ ਕੋਲ ਜ਼ਰੂਰ ਆਵਾਂਗਾ। ਸੋ ਹੁਣ ਵਕਤ ਸਹੀ ਹੈ ਅਤੇ ਮੈਂ ਤੁਹਾਡੇ ਕੋਲ ਹਾਂ। It means she was the same beautiful girl, but with the passage of time she lost her beauty and her wealth and her fame, and her complete body was damaged with the disease smallpox. ਤਾਂ ਬੱਚਿਓ, ਇਹ ਉਹੀ ਸਾਧੂ ਸੀ ਜਿਸ ਨੇ ਉਸ ਨਰਤਕੀ ਨੂੰ ਵਾਅਦਾ ਕੀਤਾ ਸੀ ਮੈਂ ਤੁਹਾਡੇ ਕੋਲ ਜ਼ਰੂਰ ਆਊਂਗਾ ਸਹੀ ਸਮੇਂ 'ਤੇ। ਅਤੇ ਉਹੀ ਨਰਤਕੀ ਸੀ ਜਿਹੜੀ ਇੱਕ ਸਮੇਂ 'ਤੇ ਬਹੁਤ ਸੁੰਦਰ ਸੀ, ਲੇਕਿਨ ਅੱਜ ਉਸ ਦੀ ਸੁੰਦਰਤਾ ਬਿਮਾਰੀ ਨਾਲ ਖਤਮ ਹੋ ਚੁੱਕੀ ਸੀ। ਉਸ ਦੀ ਮਸ਼ਹੂਰੀ ਇਸ ਬਿਮਾਰੀ ਕਰਕੇ ਇਸ ਹੱਦ ਤੱਕ ਖਤਮ ਹੋ ਗਈ ਕਿ ਲੋਕਾਂ ਨੇ ਉਹਨੂੰ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ। ਅਤੇ ਧਨ ਤਾਂ ਇਸ ਹਾਲਤ ਦੇ ਵਿੱਚ ਕੀ ਹੋਣਾ ਸੀ। ਸੋ ਸਾਰੀ ਕਵਿਤਾ ਸਾਨੂੰ ਕੀ ਦੱਸਦੀ ਹੈ ਕਿ ਖੂਬਸੂਰਤੀ ਅਤੇ ਧਨ ਅਤੇ ਸ਼ੋਹਰਤ ਇਹ ਵਕਤ ਨਾਲ ਖਤਮ ਹੋਣ ਵਾਲੀਆਂ ਚੀਜ਼ਾਂ ਨੇ। ਇਹਨਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ। ਧਿਆਨ ਰੱਖਣਾ ਚਾਹੀਦਾ ਹੈ ਇਨਸਾਨ ਨੂੰ ਆਪਣੇ ਸਦਗੁਣਾਂ ਦਾ ਅਤੇ ਆਪਣੇ ਚਰਿੱਤਰ ਦਾ। I hope you liked the poem, my favorite poem. Let's discuss the central idea. This poem has a human appeal. The dancing girl is drunk with the wine of her youth. The unpleasant fate of such people is foretold. The poet brings out the need to see beyond the short-term bodily pleasures. This masterpiece by Tagore shows the impermanence of youth and physical beauty and the permanence of love for humanity. Youth and wealth is
temporary, while virtues are forever. The real beauty is not the physical beauty, but the beauty and purity of soul. We should live according to the will of God. Pride and temptation mislead us, while purity of thoughts connects us to higher consciousness. ਤਾਂ ਬੱਚਿਓ, ਇਹ ਕਵਿਤਾ ਇਨਸਾਨ ਸੰਬੰਧੀ ਇੱਕ ਅਪੀਲ ਹੈ, ਇੱਕ ਗੁਜ਼ਾਰਿਸ਼ ਹੈ। ਇਸ ਦੇ ਵਿੱਚ ਉਸ ਨਰਤਕੀ ਦੇ ਦੁਆਰਾ ਇਹ ਦਿਖਾਇਆ ਗਿਆ ਹੈ ਕਿ ਜਿਹੜੇ ਲੋਕ ਆਪਣੇ ਜਵਾਨੀ, ਸੁੰਦਰਤਾ, ਪੈਸਾ ਜਾਂ ਮਸ਼ਹੂਰੀ ਦੇ ਨਸ਼ੇ 'ਚ ਗ੍ਰਸਤ ਰਹਿੰਦੇ ਹਨ, ਉਹਨਾਂ ਦਾ ਅੰਤ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੁੰਦਾ ਹੈ। ਕਵੀ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਜਿੰਨੀਆਂ ਵੀ ਸਰੀਰਿਕ ਖੁਸ਼ੀਆਂ ਨੇ, ਇਹ ਵਕਤ ਨਾਲ ਖਤਮ ਹੋਣ ਵਾਲੀਆਂ ਨੇ, ਵਕਤੀ ਨੇ, ਥੋੜ੍ਹੇ ਸਮੇਂ ਲਈ ਨੇ। ਸੋ ਇਹ ਇੱਕ ਮਹਾਨ ਮਾਸਟਰਪੀਸ, ਇੱਕ ਸ਼ਾਹਕਾਰ ਹੈ ਜਿਹੜਾ ਟੈਗੋਰ ਨੇ ਲਿਖਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਜਵਾਨੀ ਸਦਾ ਨਹੀਂ ਰਹਿਣੀ, ਸਰੀਰਿਕ ਸੁੰਦਰਤਾ ਸਦਾ ਨਹੀਂ ਰਹਿਣੀ। ਸਦਾ ਕੀ ਰਹੂਗਾ? ਜਦੋਂ ਅਸੀਂ ਇਨਸਾਨੀਅਤ ਦੇ ਪ੍ਰਤੀ ਆਪਣੇ ਦਿਲ 'ਚ ਪਿਆਰ ਰੱਖਦੇ ਹਾਂ। ਉਹ ਸਮੇਂ ਨਾਲ ਖਤਮ ਨਹੀਂ ਹੁੰਦਾ, ਘਟਦਾ ਨਹੀਂ, ਖਰਾਬ ਨਹੀਂ ਹੁੰਦਾ। ਜੋ ਜਵਾਨੀ ਹੈ ਅਤੇ ਜੋ ਦੌਲਤ ਹੈ, ਉਹ ਤਾਂ ਟੈਂਪਰਰੀ ਹੈ, ਉਹ ਤਾਂ ਥੋੜ੍ਹੇ ਸਮੇਂ ਲਈ ਹੈ। ਵਰਚੂਜ਼ ਆਰ ਫੋਰਐਵਰ। ਸਾਡੇ ਸਦਗੁਣ ਕਦੇ ਲਈ ਨਹੀਂ ਹਨ, ਇਹ ਸਦਾ ਲਈ ਹਨ। ਸੋ ਸਦਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ, ਨਾ ਕਿ ਆਪਣੇ ਸਰੀਰਿਕ ਸੁੰਦਰਤਾ ਦਾ। The real beauty is not physical beauty. ਤਾਂ ਅਸਲੀ ਸੁੰਦਰਤਾ ਸਰੀਰਿਕ ਸੁੰਦਰਤਾ ਨਹੀਂ ਹੈ, but the beauty and purity of soul. ਅਸਲੀ ਸੁੰਦਰਤਾ ਕੀ ਹੈ? ਜਦੋਂ ਸਾਡੀ ਆਤਮਾ, ਸਾਡੇ ਵਿਚਾਰ ਸ਼ੁੱਧ ਅਤੇ ਸੁੰਦਰ ਹੋਣ। ਤਾਂ ਸਾਨੂੰ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ, ਨੇਕ ਵਿਚਾਰ ਰੱਖਣੇ ਚਾਹੀਦੇ ਹਨ, ਨੇਕ ਕੰਮ ਕਰਨੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੇ ਪ੍ਰਾਈਡ ਮਤਲਬ ਹੰਕਾਰ ਤੋਂ ਬਚਣਾ ਚਾਹੀਦਾ ਹੈ। ਔਰ ਟੈਂਪਟੇਸ਼ਨ ਮਤਲਬ ਜਦੋਂ ਕਿਸੇ ਚੀਜ਼ ਦੇ ਪ੍ਰਤੀ ਅਸੀਂ ਲਲਾਇਤ ਹੋ ਜਾਂਦੇ ਹਾਂ, ਲਾਲਚੀ ਹੋ ਜਾਂਦੇ ਹਾਂ, ਉਸ ਤੋਂ ਬਚਣਾ ਚਾਹੀਦਾ ਹੈ। ਅਤੇ ਹਮੇਸ਼ਾ ਕੀ ਰੱਖਣਾ ਚਾਹੀਦਾ ਹੈ? ਪਿਓਰਿਟੀ ਆਫ ਥਾਟਸ। ਆਪਣੇ ਵਿਚਾਰ ਹਮੇਸ਼ਾ ਸ਼ੁੱਧ ਰੱਖਣੇ ਚਾਹੀਦੇ ਹਨ। ਜਦੋਂ ਅਸੀਂ ਨਿਰਮਲ ਮਨ ਨਾਲ ਆਪਣਾ ਜੀਵਨ ਪਰਮਾਤਮਾ ਦੀ ਰਜ਼ਾ 'ਚ ਜਿਉਂਦੇ ਹਾਂ, ਤਾਂ ਅਸੀਂ ਹਾਇਰ ਕੌਨਸ਼ੀਅਸਨੈਸ ਯਾਨੀ ਕਿ ਪਰਮ ਆਤਮਾ ਨਾਲ ਜੁੜ ਜਾਂਦੇ ਹਾਂ। Now we'll discuss important question answers. Number 1. Which lines in the poem prove that it was a dark night when Upagupt lay asleep? ਸੋ ਇਸ ਕਵਿਤਾ ਦੀਆਂ ਕਿਹੜੀਆਂ ਸਤਰਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਪਾਗੁਪਤ ਸੋ ਰਿਹਾ ਸੀ ਤਾਂ ਉਦੋਂ ਬਿਲਕੁਲ ਹਨੇਰਾ ਸੀ? You must be remembering I told you in the beginning of the poem. These lines are: lamps were all out, doors were all shut, and stars were all hidden by the murky sky of August. ਤਾਂ ਇਨ੍ਹਾਂ ਸਤਰਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਿਲਕੁਲ ਹਨੇਰਾ ਸੀ, ਨਾ ਹੀ ਦੀਵੇ ਜਗ ਰਹੇ ਸੀ, ਨਾ ਦਰਵਾਜ਼ੇ ਖੁੱਲ੍ਹੇ ਸੀ, ਨਾ ਤਾਰੇ ਚਮਕ ਰਹੇ ਸੀ। Question number 2. How does the poet describe the dancing girl? ਨਰਤਕੀ ਨੂੰ ਕਿਸ ਤਰ੍ਹਾਂ ਸਾਡੇ ਕਵੀ ਨੇ ਡਿਸਕ੍ਰਾਈਬ ਕੀਤਾ ਹੈ? The poet says that she was starred with jewels. Wearing a pale blue mantle, she was so beautiful that she was drunk with the wine of her youth. ਉਹ ਨਰਤਕੀ ਨੇ ਬਹੁਤ ਗਹਿਣੇ ਪਹਿਨੇ ਹੋਏ ਸਨ, ਬਹੁਤ ਸੋਹਣੇ ਪੀਲੇ ਨੀਲੇ ਰੇਸ਼ਮੀ ਕੱਪੜੇ ਪਾਏ ਹੋਏ ਸਨ, ਅਤੇ ਉਹ ਇੰਨੀ ਸੋਹਣੀ ਸੀ ਕਿ ਉਹ ਆਪਣੀ ਸੁੰਦਰਤਾ ਅਤੇ ਜਵਾਨੀ ਦੇ ਨਸ਼ੇ 'ਚ ਖੁਦ ਹੀ ਮਦਮਸਤ ਹੋਈ ਹੋਈ ਸੀ। How can a face be austere yet beautiful? ਤਾਂ ਕੋਈ ਵੀ ਚਿਹਰਾ ਸਧਾਰਨ ਹੋ ਕੇ ਵੀ ਸੁੰਦਰ ਕਿਵੇਂ ਹੋ ਸਕਦਾ? Answer. When a person has purity in thoughts and actions, a special divine glow appears on his face. His eyes become hypnotic. People get attracted to it. Such face needs no makeup or ornaments. That's why it is beautiful even when totally simple. ਜਦੋਂ ਕਿਸੇ ਵਿਅਕਤੀ ਦਾ ਮਨ, ਉਸ ਦੇ ਵਿਚਾਰ ਬਹੁਤ ਹੀ ਪਵਿੱਤਰ ਹੁੰਦੇ ਹਨ,
ਜਦੋਂ ਉਸਦੇ ਕੰਮ ਵੀ ਬਹੁਤ ਹੀ ਪਵਿੱਤਰ ਅਤੇ ਚੰਗੇ ਹੁੰਦੇ ਹਨ, ਸਭ ਦਾ ਭਲਾ ਕਰਨ ਵਾਲੇ ਹੁੰਦੇ ਹਨ, ਤਾਂ ਉਸਦੇ ਚਿਹਰੇ 'ਤੇ ਆਪਣੇ ਆਪ ਇੱਕ ਰੂਹਾਨੀ ਨੂਰ ਆ ਜਾਂਦਾ ਹੈ ਅਤੇ ਉਹ ਉਸ ਚਿਹਰੇ ਨੂੰ ਬਹੁਤ ਸੁੰਦਰ ਬਣਾ ਦਿੰਦਾ ਹੈ। ਅਜਿਹੇ ਲੋਕਾਂ ਦੀਆਂ ਅੱਖਾਂ ਹਿਪਨੋਟਿਕ ਹੋ ਜਾਂਦੀਆਂ ਹਨ। ਹਿਪਨੋਟਿਕ ਮਤਲਬ ਜੋ ਸਾਹਮਣੇ ਵਾਲੇ ਵਿਅਕਤੀ ਨੂੰ ਸਮੋਹਿਤ ਕਰ ਲੈਂਦੀਆਂ ਹਨ। ਲੋਕਾਂ ਨੂੰ ਉਹਨਾਂ ਦੇ ਪ੍ਰਤੀ ਆਪਣੇ ਆਪ ਹੀ ਆਕਰਸ਼ਣ ਮਹਿਸੂਸ ਹੋਣ ਲੱਗ ਜਾਂਦਾ ਹੈ। ਅਜਿਹੇ ਚਿਹਰੇ ਨੂੰ ਨਾ ਤਾਂ ਕਿਸੇ ਮੇਕਅਪ ਦੀ ਲੋੜ ਹੁੰਦੀ ਹੈ, ਨਾ ਹੀ ਕਿਸੇ ਗਹਿਣਿਆਂ ਦੀ ਲੋੜ ਹੁੰਦੀ ਹੈ, ਅਤੇ ਇਸ ਤਰ੍ਹਾਂ ਉਹ ਚਿਹਰਾ ਸਾਦਾ ਹੁੰਦੇ ਹੋਏ ਵੀ ਬਹੁਤ ਸੁੰਦਰ ਹੋ ਜਾਂਦਾ ਹੈ, ਕਿਉਂਕਿ ਰੂਹਾਨੀ ਨੂਰ ਉਸ ਨੂੰ ਸਾਰਿਆਂ ਲਈ ਆਕਰਸ਼ਿਤ ਬਣਾ ਦਿੰਦਾ ਹੈ। Why was the woman hurriedly removed from the town? ਉਸ ਔਰਤ ਨੂੰ ਜਲਦੀ ਜਲਦੀ ਮਥੁਰਾ ਤੋਂ ਬਾਹਰ ਕਿਉਂ ਸੁੱਟ ਦਿੱਤਾ ਗਿਆ ਸੀ? She was hurriedly removed from the town because she was suffering from smallpox. ਕਿਉਂਕਿ ਉਸ ਨੂੰ ਚੇਚਕ ਹੋ ਗਈ ਸੀ, ਇਸ ਲਈ ਉਸ ਨੂੰ ਜਲਦੀ ਜਲਦੀ ਨਾਲ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਬੱਚੇ, ਤੁਸੀਂ ਅੱਜ ਵੀ ਦੇਖ ਰਹੇ ਹੋ ਨਾ ਕਿ ਕਰੋਨਾ ਪੇਸ਼ੈਂਟਸ ਨੂੰ ਅਸੀਂ ਕੁਆਰੰਟੀਨ ਕਰ ਰਹੇ ਹਾਂ, ਉਹਨਾਂ ਨੂੰ ਥੋੜ੍ਹੇ ਸਮੇਂ ਲਈ ਇਕੱਲਾ ਕਰ ਦਿੰਦੇ ਹਾਂ ਤਾਂ ਕਿ ਬਿਮਾਰੀ ਅੱਗੇ ਨਾ ਫੈਲੇ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹਸਪਤਾਲ ਜਾਂ ਇਸ ਤਰ੍ਹਾਂ ਦਾ ਕੁਝ ਪ੍ਰਬੰਧ ਨਹੀਂ ਸੀ, ਤਾਂ ਜਿਹਨੂੰ ਮਹਾਮਾਰੀ ਹੁੰਦੀ ਉਹਨੂੰ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਸੀ। ਨੰਬਰ 5, ਹਾਊ ਡਿਡ ਦ ਐਸਥੈਟਿਕ ਹੈਲਪ ਦ ਵੂਮਨ? ਸਾਧੂ ਨੇ ਔਰਤ ਦੀ ਮਦਦ ਕਿਵੇਂ ਕੀਤੀ? ਆਂਸਰ, ਦ ਐਸਥੈਟਿਕ ਨਰਸਡ ਹਰ। He moistened her lips with water and smeared her body with sandal balm. ਸੋ ਉਸ ਸਾਧੂ ਨੇ ਉਸ ਦੀ ਸੇਵਾ ਕੀਤੀ। ਉਸ ਨੇ ਉਸ ਦਾ ਮੂੰਹ ਗਿੱਲਾ ਕੀਤਾ, ਉਸ ਦੇ ਬੁੱਲ੍ਹਾਂ ਨੂੰ ਪਾਣੀ ਲਾਇਆ, ਉਸ ਨੂੰ ਪਾਣੀ ਪਿਆਇਆ ਅਤੇ ਉਸ ਦੇ ਪੂਰੇ ਸਰੀਰ 'ਤੇ ਚੰਦਨ ਦਾ ਲੇਪ ਕੀਤਾ ਤਾਂ ਕਿ ਉਸ ਦੇ ਜਲ ਰਹੇ ਸਰੀਰ ਨੂੰ ਥੋੜ੍ਹਾ ਆਰਾਮ ਮਿਲੇ। Read the lines. The young ascetic answered, Woman, go on your way. What was her way and what was his way? ਬਹੁਤ ਹੀ ਬਿਊਟੀਫੁਲ ਕੁਐਸਚਨ ਹੈ। ਉਸ ਨੌਜਵਾਨ ਸਾਧੂ ਨੇ ਕਿਹਾ ਕਿ ਔਰਤ ਤੂੰ ਆਪਣੇ ਰਸਤੇ ਜਾ। ਉਸ ਔਰਤ ਦਾ ਰਸਤਾ ਕੀ ਸੀ ਅਤੇ ਉਸ ਆਦਮੀ ਦਾ ਰਸਤਾ ਕੀ ਸੀ? ਕੀ ਇੱਕੋ ਹੀ ਰਸਤਾ ਸੀ ਕਿ ਵੱਖੋ ਵੱਖਰਾ ਸੀ? ਆਂਸਰ, her way is worldly. She lives in a world full of greed, pride and lust. She is totally involved in a life of temptation. His way is spiritual. It has nothing to do with money or fame. His way is of renunciation and self-realization. Both these ways are just opposite to each other. ਤਾਂ ਇਸ ਦੇ ਵਿੱਚ ਉਸ ਔਰਤ ਦਾ ਰਸਤਾ ਕਿਹੋ ਜਿਹਾ ਹੈ? ਉਹ ਤਾਂ ਸੰਸਾਰਿਕ ਰਸਤਾ ਹੈ। ਉਹ ਇੱਕ ਅਜਿਹੇ ਸੰਸਾਰ ਵਿੱਚ ਰਹਿੰਦੀ ਹੈ ਜਿੱਥੇ ਬਹੁਤ ਗਰੀਡ ਮਤਲਬ ਲਾਲਚ ਹੈ, ਪ੍ਰਾਈਡ ਮਤਲਬ ਹੰਕਾਰ ਹੈ, ਲਸਟ ਮਤਲਬ ਵਾਸਨਾ ਹੈ। ਉਹ ਅਜਿਹੀ ਜ਼ਿੰਦਗੀ ਜਿੰਦੀ ਹੈ ਵਿਚ ਇਜ਼ ਫੁੱਲ ਆਫ ਟੈਂਪਟੇਸ਼ਨ, ਜਿਸ ਦੇ ਵਿੱਚ ਲਾਲਸਾ ਹੀ ਲਾਲਸਾ ਹੈ, ਜਦੋਂ ਕਿ His way is spiritual. ਸਾਧੂ ਦਾ ਰਸਤਾ ਕਿਹੋ ਜਿਹਾ ਹੈ? ਉਹ ਤਾਂ ਅਧਿਆਤਮਿਕ ਹੈ। ਉਸ ਦਾ ਪੈਸੇ ਨਾਲ ਜਾਂ ਸ਼ੌਹਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦਾ ਰਸਤਾ ਤਾਂ ਰਿਨੰਸੀਏਸ਼ਨ ਦਾ ਹੈ। ਰਿਨੰਸੀਏਸ਼ਨ ਮਤਲਬ ਸਭ ਕੁਝ ਤਿਆਗ ਦੇਣਾ, ਸਾਰੀ ਦੁਨੀਆ ਤਿਆਗ ਦੇਣਾ, ਸਾਧੂ ਹੋ ਜਾਣਾ। ਅਤੇ ਉਸ ਸਾਧੂ ਦਾ ਰਸਤਾ ਤਾਂ ਸੈਲਫ ਰਿਅਲਾਈਜ਼ੇਸ਼ਨ ਦਾ ਹੈ। ਸੈਲਫ ਰਿਅਲਾਈਜ਼ੇਸ਼ਨ ਮਤਲਬ ਆਤਮ ਬੋਧ, ਆਪਣੇ ਆਪ ਦਾ ਗਿਆਨ, ਸਵੈ ਗਿਆਨ। ਤਾਂ ਕੀ ਇਹ ਦੋਨੋਂ ਰਸਤੇ ਇੱਕੋ ਨੇ? ਨੋ, ਬੋਥ ਥੀਸ ਵੇਜ਼ ਆਰ ਜਸਟ ਆਪੋਜ਼ਿਟ ਟੂ ਈਚ ਅਦਰ। ਇੱਕ ਰਸਤਾ ਤਾਂ ਪੂਰੀ ਤਰ੍ਹਾਂ ਦੁਨਿਆਵੀ ਹੈ ਜੋ ਕਿ ਉਸ ਲੜਕੀ ਦਾ ਰਸਤਾ ਹੈ, ਜਦੋਂ ਕਿ ਸਾਧੂ ਦਾ ਰਸਤਾ ਇਸ ਤੋਂ ਬਿਲਕੁਲ ਉਲਟ ਦੁਨੀਆ ਛੱਡ ਕੇ ਜਾਣ ਦਾ ਰਸਤਾ ਹੈ। ਨੰਬਰ 3, suddenly the black knight showed his teeth in a flash of lightning. How can you say that figure of speech used his personification? ਤਾਂ ਇੱਥੇ ਇੱਕ ਲਾਈਨ ਆਈ ਸੀ ਕਵਿਤਾ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਸੀ ਕਿ ਰਾਤ ਨੇ ਆਪਣੇ ਦੰਦ ਵਿਖਾਏ ਅਤੇ ਰਾਤ ਨੇ ਆਪਣੇ ਦੰਦ ਵਿਖਾਉਂਦੇ ਹੋਏ ਬਿਜਲੀ ਕੜਕਾਈ। ਤਾਂ ਇੱਥੇ ਫਿਗਰ ਆਫ ਸਪੀਚ ਪਰਸੋਨੀਫਿਕੇਸ਼ਨ ਕਿਵੇਂ ਬਣਿਆ?
ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇੱਥੇ ਪਰਸੋਨੀਫਿਕੇਸ਼ਨ ਯੂਜ਼ ਕੀਤਾ ਗਿਆ? Dear students, all of you know that personification is a figure of speech in which the poet treats inanimate things as if they are human beings, as I had told you in the first poem. They talk like human beings in the poem. In the line, "Suddenly the black night showed its teeth in a flash of lightning," the black night is showing its teeth, which is making black night behave like human beings, which actually never happens. This makes it a perfect example of personification. ਤਾਂ ਪਿਆਰੇ ਬੱਚਿਓ, ਤੁਹਾਨੂੰ ਮੈਂ ਪਹਿਲੀ ਕਵਿਤਾ ਦੇ ਵਿੱਚ ਹੀ ਦੱਸਿਆ ਸੀ ਪਰਸੋਨੀਫਿਕੇਸ਼ਨ ਇੱਕ ਅਜਿਹਾ ਫਿਗਰ ਆਫ ਸਪੀਚ ਹੈ ਜਿਸ ਦੇ ਵਿੱਚ ਕਵੀ ਨਿਰਜੀਵ ਚੀਜ਼ਾਂ ਨੂੰ ਇਨਸਾਨ ਦੀ ਤਰ੍ਹਾਂ ਜਿਉਂਦੇ ਜਾਗਦੇ ਗੱਲਾਂ ਕਰਦਿਆਂ ਵਿਖਾਉਂਦਾ ਹੈ ਤੇ ਇਸ ਦੇ ਵਿੱਚ ਕੋਈ ਵੀ ਨਿਰਜੀਵ ਚੀਜ਼ ਜਾਂ ਕੋਈ ਵੀ ਉਹ ਸ਼ੈ ਜੋ ਗੈਰ ਮਨੁੱਖੀ ਹੈ ਮਨੁੱਖ ਦੀ ਤਰ੍ਹਾਂ ਗੱਲਾਂ ਕਰਨ ਲੱਗਦੀ ਹੈ। ਇਸ ਕਵਿਤਾ ਦੇ ਵਿੱਚ ਬਲੈਕ ਨਾਈਟ ਆਪਣੇ ਦੰਦ ਵਿਖਾ ਰਹੀ ਹੈ। ਇਹ ਇੱਕ ਮਨੁੱਖੀ ਗਤੀਵਿਧੀ ਹੈ ਜੋ ਕਿ ਰਾਤ ਦੁਆਰਾ ਕਦੇ ਨਹੀਂ ਕੀਤੀ ਜਾਂਦੀ, ਪਰ ਕਵਿਤਾ ਨੇ ਉਸ ਰਾਤ ਨੂੰ ਮਨੁੱਖ ਦਰਸਾਉਂਦੇ ਹੋਏ ਉਸ ਨੂੰ ਦੰਦ ਵਿਖਾਉਣ ਦੀ ਕਿਰਿਆ ਕਰਦੇ ਹੋਏ ਦਿਖਾਇਆ ਹੈ। ਇਸ ਤਰ੍ਹਾਂ ਇੱਕ ਗੈਰ ਮਨੁੱਖੀ ਸ਼ੈ ਮਨੁੱਖੀ ਵਿਵਹਾਰ ਕਰ ਰਹੀ ਹੈ। ਸੋ ਇਹ ਟੈਕਨੀਕ ਕੀ ਬਣ ਗਈ? ਪਰਸੋਨੀਫਿਕੇਸ਼ਨ। Next, write down the figure of speech used in the following line. Spotted with sores of smallpox. So here the figure of speech used is alliteration. Alliteration is the repetition of same sound, usually initial consonants of words in any sequence of words. ਤਾਂ ਬੱਚੇ ਸਾਨੂੰ ਪੁੱਛਿਆ ਜਾ ਰਿਹਾ ਹੈ spotted with sores of smallpox, ਇਸ ਦੇ ਵਿੱਚ ਕਿਹੜਾ ਫਿਗਰ ਆਫ ਸਪੀਚ ਯੂਜ਼ ਹੋਇਆ? ਇਹ ਫਿਗਰ ਆਫ ਸਪੀਚ ਵੀ ਅਸੀਂ ਪਹਿਲੀ ਕਵਿਤਾ 'ਚ ਡਿਸਕਸ ਕਰ ਚੁੱਕੇ ਹਾਂ, ਐਲਿਟਰੇਸ਼ਨ। ਐਲਿਟਰੇਸ਼ਨ ਦੇ ਵਿੱਚ ਕੀ ਹੁੰਦਾ ਹੈ? ਕੋਈ ਇੱਕ ਸਾਊਂਡ ਵਾਰ-ਵਾਰ ਰਿਪੀਟ ਕੀਤੀ ਜਾਂਦੀ ਹੈ ਅਤੇ ਸਾਊਂਡ ਕੌਨਸੋਨੈਂਟ ਦੀ ਹੁੰਦੀ ਹੈ, ਯਾਨੀ ਕਿ ਵਿਅੰਜਨ ਦੀ ਹੁੰਦੀ ਹੈ ਅਤੇ ਇੱਕ ਖਾਸ ਤਰਤੀਬ 'ਚ ਆਉਂਦੀ ਹੈ। ਹੁਣ ਦੇਖੋ, ਸਪੋਟਿਡ ਸ, with sores ਸ, of smallpox ਸ, ਸ ਸ ਸ, ਸ ਸਾਊਂਡ ਹੈ ਜਿਹੜੀ ਉਹ ਰਿਪੀਟ ਹੋ ਰਹੀ ਹੈ, ਤਾਂ ਇਸ ਲਈ ਇਹ ਕੀ ਬਣ ਗਿਆ? ਐਲਿਟਰੇਸ਼ਨ। ਇਸ ਦੀਆਂ ਉਦਾਹਰਨਾਂ ਹੋਰ ਵੀ ਹਨ। ਲੈਂਡਸਕੇਪ ਲਵਰ, Lord of language, Tennyson. Yes, L sound is getting repeated here. L in landscape, L in lover, L in Lord, L in language. Second example is Piers Plowman said, "In a summer season when soft was the sun." Yes, now you can guess it. Repetition of s sound. Summer s, season s, soft s, sun s. So these consonant sounds have been repeated. Dear students, thank you for subscribing my channel. Thank you for your likes. Thank you for your compliments and comments. Keep on watching and keep on sharing the chapters to all those students who need it. Thank you so much. Have a very nice day.